ਹਿੰਦੁਸਤਾਨੀਆਂ ਨੇ ਲਗਭਗ 250 ਸਾਲ ਅੰਗਰੇਜ਼ਾਂ ਦੀ ਗੁਲਾਮੀ ਕੀਤੀ, ਪਰ ਅੰਗਰੇਜ਼ ਹਮੇਸ਼ਾ ਭਾਰਤ ਵਿੱਚ ਨਹੀਂ ਸਨ। ਜਦੋਂ ਅੰਗਰੇਜ਼ ਮੀਲਾਂ ਦਾ ਸਫ਼ਰ ਤੈਅ ਕਰਕੇ ਭਾਰਤ ਆਏ ਸੀ ਤਾਂ ਉਦੋਂ ਭਾਰਤ ਵਿੱਚ ਮੁਗਲਾਂ ਦਾ ਰਾਜ ਸੀ। ਜੇ ਮੁਗਲ ਚਾਹੁੰਦੇ ਤਾਂ ਅੰਗਰੇਜ਼ ਭਾਰਤ ਵਿੱਚ ਦਾਖਲ ਹੀ ਨਹੀਂ ਹੋ ਸਕਦੇ ਸੀ, ਕਿਉਂਕਿ ਉਸ ਵੇਲੇ ਮੁਗਲਾਂ ਦਾ ਰਾਜ ਬਹੁਤ ਮਜ਼ਬੂਤ ਸਥਿਤੀ ਵਿੱਚ ਸੀ। ਅਜਿਹੇ ਹਾਲਾਤਾਂ ਵਿੱਚ ਭਾਰਤ 'ਤੇ ਰਾਜ ਕਰਨਾ ਕੋਈ ਸੌਖੀ ਗੱਲ ਨਹੀਂ ਸੀ। 16ਵੀਂ ਸਦੀ ਦੇ ਅੰਤ ਤੱਕ ਭਾਰਤ ਬਹੁਤ ਮਜ਼ਬੂਤ ਸੀ। ਪੂਰੀ ਦੁਨੀਆ ਦੇ ਵਿੱਚ ਜਿੰਨਾ ਉਤਪਾਦਨ ਹੁੰਦਾ ਸੀ ਉਹਦੇ ਮੁਕਾਬਲੇ ਲਗਭਗ 1/4 ਹਿੱਸਾ ਭਾਰਤ ਵਿੱਚ ਹੀ ਉੱਗਦਾ ਸੀ। ਇਹੀ ਵਜ੍ਹਾ ਸੀ ਭਾਰਤ ਉਸ ਵੇਲੇ ਸੋਨੇ ਦੀ ਚਿੜੀ ਅਖਵਾਉਂਦਾ ਸੀ। ਇਸੇ ਲਈ ਪੂਰੀ ਦੁਨੀਆ ਦੀ ਨਜ਼ਰ ਭਾਰਤ ਉੱਤੇ ਟਿਕੀ ਹੋਈ ਸੀ। ਉਸ ਵੇਲੇ ਭਾਰਤ ਵਿੱਚ ਦਿੱਲੀ ਦੇ ਤਖਤ ਉੱਤੇ ਬਾਦਸ਼ਾਹ ਅਕਬਰ ਦਾ ਰਾਜ ਹੁੰਦਾ ਸੀ। ਇਸੇ ਵੇਲੇ ਉੱਧਰ ਬ੍ਰਿਟੇਨ ਵਿੱਚ ਗ੍ਰਹਿ ਯੁੱਧ ਦੀ ਹਾਲਤ ਬਣ ਗਈ। ਉਸ ਵੇਲੇ ਬ੍ਰਿਟੇਨ ਵਿੱਚ ਮਹਾਰਾਣੀ ਐਲਿਜ਼ਾਬੈਥ ਦਾ ਸ਼ਾਸਨ ਕਾਲ ਸੀ ਅਤੇ ਬ੍ਰਿਟੇਨ ਦੀ ਪੂਰੀ ਅਰਥ ਵਿਵਸਥਾ ਖੇਤੀ 'ਤੇ ਹੀ ਨਿਰਭਰ ਸੀ। ਪਰ ਆਪਸੀ ਗ੍ਰਹਿ ਯੁੱਧ ਦੇ ਚੱਲਦਿਆਂ ਬ੍ਰਿਟੇਨ 3 ਤੋਂ 4% ਹੀ ਪੈਦਾਵਾਰ ਕਰ ਪਾ ਰਿਹਾ ਸੀ। ਇਸੇ ਦੌਰਾਨ ਪੁਰਤਗਾਲ ਅਤੇ ਸਪੇਨ ਬ੍ਰਿਟੇਨ ਦੇ ਮੁਕਾਬਲੇ ਬਹੁਤ ਜ਼ਿਆਦਾ ਤਾਕਤਵਰ ਸਨ। ਹਾਲਾਤ ਇੰਨੇ ਬੁਰੇ ਸਨ ਕਿ ਬ੍ਰਿਟੇਨ ਦੇ ਲੁਟੇਰੇ ਪੁਰਤਗਾਲ ਦੇ ਸਮੁੰਦਰੀ ਜਹਾਜ਼ਾਂ ਨੂੰ ਲੁੱਟ ਕੇ ਹੀ ਗੁਜ਼ਾਰਾ ਕਰਦੇ ਸਨ। ਉਸੇ ਦਰਮਿਆਨ ਇੱਕ ਬ੍ਰਿਟਿਸ਼ ਸਮੁੰਦਰੀ ਯਾਤਰੀ ਨੂੰ ਭਾਰਤ ਦੇ ਬੇਸ਼ੁਮਾਰ ਅਮੀਰ ਹੋਣ ਦਾ ਪਤਾ ਲੱਗਿਆ ਅਤੇ ਉਸ ਨੇ ਇਹ ਗੱਲ ਬ੍ਰਿਟਿਸ਼ ਸਰਕਾਰ ਤੱਕ ਪਹੁੰਚਾ ਦਿੱਤੀ ਅਤੇ ਫਿਰ 200 ਬ੍ਰਿਟਿਸ਼ ਵਪਾਰੀਆਂ ਨੇ ਇੱਕ ਕੰਪਨੀ ਬਣਾਈ ਜਿਸ ਦਾ ਨਾਮ ਈਸਟ ਇੰਡੀਆ ਕੰਪਨੀ ਰੱਖਿਆ ਗਿਆ। ਜਦੋਂ ਇਹ 200 ਵਪਾਰੀਆਂ ਨੇ ਪੂਰੀ ਸਕੀਮ ਰਾਣੀ ਐਲਿਜ਼ਾਬੈਥ ਨੂੰ ਦੱਸੀ ਤਾਂ ਰਾਣੀ ਐਲਿਜ਼ਾਬੈਥ ਨੇ ਇਹਨਾਂ ਵਪਾਰੀਆਂ ਨੂੰ ਇਜਾਜ਼ਤ ਦੇ ਦਿੱਤੀ। ਇਸੇ ਦਰਮਿਆਨ ਭਾਰਤ ਵਿੱਚ ਬਾਦਸ਼ਾਹ ਅਕਬਰ ਦੀ ਵੀ ਮੌਤ ਹੋ ਗਈ ਸੀ ਤੇ ਅਕਬਰ ਤੋਂ ਬਾਅਦ ਉਸ ਦੇ ਪੁੱਤਰ ਜਹਾਂਗੀਰ ਦੀ ਤਾਜਪੋਸ਼ੀ ਕੀਤੀ ਗਈ। ਇੱਧਰ ਜਹਾਂਗੀਰ ਅੰਗਰੇਜ਼ਾਂ ਦੀ ਚਾਲ ਤੋਂ ਬੇਖਬਰ ਸੀ ਅਤੇ ਰਾਜ ਕਰ ਰਿਹਾ ਸੀ, ਪਰ ਕੈਪਟਨ ਵਿਲੀਅਮ ਹਾਕਿੰਸ ਗੁਜਰਾਤ ਦੇ ਸੂਰਤ ਵਿੱਚ ਆਪਣੇ ਵਪਾਰੀ ਸਾਥੀਆਂ ਨਾਲ ਜਹਾਜ਼ਾਂ ਸਮੇਤ ਪ੍ਰਵੇਸ਼ ਕਰ ਲਿਆ ਸੀ। ਕੈਪਟਨ ਵਿਲੀਅਮ ਹਾਕਿੰਸ ਨੇ ਭਾਰਤ ਵਿੱਚ ਦਾਖਲ ਹੁੰਦਿਆਂ ਹੀ ਈਸਟ ਇੰਡੀਆ ਕੰਪਨੀ ਦਾ ਐਲਾਨ ਕਰ ਦਿੱਤਾ ਅਤੇ ਪ੍ਰਸਤਾਵ ਲੈ ਕੇ ਜਹਾਂਗੀਰ ਕੋਲ ਪਹੁੰਚ ਗਿਆ। ਪਰ ਉਸ ਵੇਲੇ ਜਹਾਂਗੀਰ ਨੇ ਡੱਚ ਅਤੇ ਪੁਰਤਗਾਲੀਆਂ ਦੇ ਦਬਾਅ ਹੇਠ ਹਾਕਿੰਸ ਨੂੰ ਕੋਰੀ ਨਾ ਕਰ ਦਿੱਤੀ, ਪਰ ਉਹ ਵਾਰ-ਵਾਰ ਜਾਂਦਾ ਅਤੇ ਕੰਪਨੀ ਦੇ ਨਵੇਂ-ਨਵੇਂ ਫਾਇਦੇ ਗਿਣਾਉਂਦਾ। ਉਹ ਲਗਾਤਾਰ ਜਹਾਂਗੀਰ ਨੂੰ ਮਨਾਉਂਦੇ ਰਹੇ ਅਤੇ ਆਖਿਰਕਾਰ ਜਹਾਂਗੀਰ ਨੇ ਅੰਗਰੇਜ਼ਾਂ ਨੂੰ ਵਪਾਰ ਕਰਨ ਦੀ ਮਨਜ਼ੂਰੀ ਦੇ ਦਿੱਤੀ। ਮਨਜ਼ੂਰੀ ਮਿਲਦੇ ਹੀ ਅੰਗਰੇਜ਼ਾਂ ਨੇ ਪਟਨਾ, ਸੂਰਤ, ਚੇਨਈ ਅਤੇ ਮੁੰਬਈ ਵਿੱਚ ਆਪਣੀਆਂ ਫੈਕਟਰੀਆਂ ਲਗਾ ਕੇ ਆਪਣਾ ਵਪਾਰ ਸ਼ੁਰੂ ਕਰ ਦਿੱਤਾ। ਸ਼ੁਰੂਆਤ ਵਿੱਚ ਤਾਂ ਅੰਗਰੇਜ਼ਾਂ ਨੇ ਇੱਥੋਂ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਅਤੇ ਬਦਲੇ ਵਿੱਚ ਵਧੀਆ ਤਨਖਾਹਾਂ ਦਿੱਤੀਆਂ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਭਾਰਤੀ ਲੋਕ ਅੰਗਰੇਜ਼ਾਂ ਉੱਪਰ ਯਕੀਨ ਕਰਨ ਲੱਗ ਗਏ। ਪਰ ਇਹ ਬਹੁਤ ਸਮਾਂ ਨਹੀਂ ਚੱਲਣ ਵਾਲਾ ਸੀ। ਈਸਟ ਇੰਡੀਆ ਕੰਪਨੀ ਦਾ ਕਾਰੋਬਾਰ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਸੀ। ਆਪਣੇ ਵੱਧਦੇ ਵਪਾਰ ਦੇ ਕਾਰਨ ਅੰਗਰੇਜ਼ਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ ਅਤੇ ਉਹ ਭਾਰਤ ਦੀ ਸੱਤਾ ਹਥਿਆਉਣ ਬਾਰੇ ਸੋਚਣ ਲੱਗੇ। ਫਲਸਰੂਪ 1686 ਵਿੱਚ ਬ੍ਰਿਟਿਸ਼ਾਂ ਨੇ ਭਾਰਤ ਖਿਲਾਫ ਜੰਗ ਛੇੜ ਦਿੱਤੀ। ਔਰੰਗਜ਼ੇਬ ਨਾਲ ਹੋਈ ਇਸ ਜੰਗ ਵਿੱਚ ਭਾਰਤ ਨੇ ਅੰਗਰੇਜ਼ਾਂ ਨੂੰ ਹਰਾ ਦਿੱਤਾ। ਇਸ ਹਾਰ ਨਾਲ ਅੰਗਰੇਜ਼ਾਂ ਨੂੰ ਸਮਝ ਆ ਗਈ ਕਿ ਇਹਨਾਂ ਨੂੰ ਲੜ ਕੇ ਹਰਾਉਣਾ ਬਹੁਤ ਮੁਸ਼ਕਲ ਹੈ, ਪਰ ਅੰਗਰੇਜ਼ਾਂ ਨੇ ਸੋਚ ਲਿਆ ਸੀ ਕਿ ਅਸੀਂ ਭਾਰਤ ਉੱਪਰ ਰਾਜ ਕਰਨਾ ਹੈ। ਇਸ ਲਈ ਉਹਨਾਂ ਨੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ। ਜੰਗ ਵਿੱਚ ਹਾਰਨ ਤੋਂ ਬਾਅਦ ਅੰਗਰੇਜ਼ਾਂ ਨੇ ਔਰੰਗਜ਼ੇਬ ਕੋਲੋਂ ਮਾਫ਼ੀ ਮੰਗੀ ਅਤੇ ਫਿਰ ਤੋਂ ਇਹ ਗਲਤੀ ਦੁਬਾਰਾ ਨਾ ਕਰਨ ਦੀ ਸਹੁੰ ਖਾਧੀ। ਔਰੰਗਜ਼ੇਬ ਨੇ ਵੀ ਉਹਨਾਂ ਉੱਪਰ ਕੁਝ ਜੁਰਮਾਨਾ ਲਗਾ ਕੇ ਮਾਫ਼ ਕਰ ਦਿੱਤਾ ਅਤੇ ਆਪਣਾ ਵਪਾਰ ਉਸੇ ਤਰ੍ਹਾਂ ਚਾਲੂ ਰੱਖਣ ਦੀ ਆਗਿਆ ਦੇ ਦਿੱਤੀ। 1707 ਵਿੱਚ ਔਰੰਗਜ਼ੇਬ ਦੀ ਮੌਤ ਮਗਰੋਂ ਕਈ ਰਾਜੇ ਸੱਤਾ ਹਾਸਲ ਕਰਨ ਲਈ ਆਪਸ ਵਿੱਚ ਹੀ ਲੜਨ ਲੱਗ ਪਏ। ਇਸੇ ਲੜਾਈ ਦੇ ਚੱਲਦਿਆਂ ਕੁਝ ਕਮਜ਼ੋਰ ਸ਼ਾਸਕ ਬਾਦਸ਼ਾਹ ਬਣ ਗਏ ਜੋ ਰਾਜ ਸਾਂਭ ਵੀ ਨਾ ਸਕੇ। 1717 ਵਿੱਚ ਮੁਗਲ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਇੱਕ ਫਰਮਾਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਬਹੁਤ ਛੋਟੀ ਰਕਮ ਸਾਲਾਨਾ ਫੀਸ ਦੇ ਰੂਪ ਵਿੱਚ ਬਿਨਾਂ ਕਿਸੇ ਲਗਾਨ ਦੇ ਭੁਗਤਾਨ ਦੇ ਵਪਾਰ ਕਰਨ ਦੀ ਇਜਾਜ਼ਤ ਮਿਲ ਗਈ। ਔਰ ਇਸੇ ਦਰਮਿਆਨ ਪਰਸੀਆ ਦੇ ਰਾਜੇ ਨੇ ਮੌਕਾ ਵੇਖ ਕੇ ਭਾਰਤ ਉੱਪਰ ਹਮਲਾ ਕਰ ਦਿੱਤਾ। ਮੁਗਲ ਸ਼ਾਸਕ ਸੱਤਾ ਦੇ ਨਸ਼ੇ ਵਿੱਚ ਇੰਨੇ ਚੂਰ ਹੋ ਚੁੱਕੇ ਸਨ ਕਿ ਉਹਨਾਂ ਨੂੰ ਅਚਾਨਕ ਹੋਏ ਆਪਣੇ ਉੱਪਰ ਇਸ ਹਮਲੇ ਦਾ ਪਤਾ ਹੀ ਨਾ ਲੱਗਿਆ।
ਅਤੇ ਪਰਸ਼ੀਅਨ ਫੌਜ ਦਿੱਲੀ ਤੱਕ ਪਹੁੰਚ ਗਈ। ਦਿੱਲੀ ਦੀ ਗੱਦੀ ਮੁਗਲਾਂ ਦੇ ਹੱਥੋਂ ਨਿਕਲ ਹੀ ਚੱਲੀ ਸੀ। ਸਥਿਤੀ ਨੂੰ ਵਿਗੜਦਾ ਵੇਖ ਮੁਗਲ ਬਾਦਸ਼ਾਹਾਂ ਨੇ ਲਗਭਗ 2 ਕਰੋੜ ਰੁਪਏ ਅਤੇ ਕੀਮਤੀ ਗਹਿਣੇ ਦੇ ਕੇ ਦਿੱਲੀ ਨੂੰ ਬਚਾਇਆ। ਇੰਨੀ ਵੱਡੀ ਲੁੱਟ ਤੋਂ ਬਾਅਦ ਮੁਗਲ ਪੂਰੀ ਤਰ੍ਹਾਂ ਨਾਲ ਕਮਜ਼ੋਰ ਪੈ ਗਏ ਅਤੇ ਅੰਗਰੇਜ਼ਾਂ ਦੀ ਸਕੀਮ ਵੀ ਉਹਨਾਂ ਨੂੰ ਥੋੜ੍ਹੀ ਬਹੁਤ ਸਮਝ ਆਉਣ ਲੱਗ ਗਈ ਸੀ, ਪਰ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅੰਗਰੇਜ਼ ਲਗਾਤਾਰ ਭਾਰਤ ਉੱਪਰ ਕਬਜ਼ਾ ਕਰ ਰਹੇ ਸੀ। ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਨੂੰ ਤਖ਼ਤ ਤੋਂ ਹਟਾਉਣ ਲਈ ਜੰਗ ਛੇੜ ਦਿੱਤੀ ਅਤੇ ਨਾਲ ਹੀ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਪਾੜੋ ਅਤੇ ਰਾਜ ਕਰੋ ਦੀ ਕੂਟਨੀਤੀ ਤਹਿਤ ਆਪਣਾ ਉੱਲੂ ਸਿੱਧਾ ਕਰਨ ਵਿੱਚ ਵੀ ਕਾਮਯਾਬ ਰਹੇ ਅਤੇ ਨਵਾਬ ਸਿਰਾਜੂਦੌਲਾ ਇਹ ਸਥਿਤੀ ਸੰਭਾਲ ਨਾ ਸਕੇ। ਨਤੀਜਾ ਅੰਗਰੇਜ਼ ਫਾਇਦੇ ਵਿੱਚ ਰਹੇ। ਪਲਾਸੀ ਦੇ ਯੁੱਧ ਵਿੱਚ ਸਿਰਾਜੂਦੌਲਾ ਨੂੰ ਹਰਾ ਕੇ ਸਿਰਾਜੂਦੌਲਾ ਦੇ ਸੈਨਾਪਤੀ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਉਸ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ। ਸਮਾਂ ਬੀਤਦਾ ਗਿਆ ਅਤੇ ਅੰਗਰੇਜ਼ਾਂ ਦੀ ਤਾਕਤ ਅਤੇ ਅਧਿਕਾਰ ਵਧਦੇ ਗਏ। 1764 ਵਿੱਚ ਬਕਸਰ ਦੇ ਯੁੱਧ ਵਿੱਚ ਅਵਧ ਦੇ ਨਵਾਬ, ਬੰਗਾਲ ਦੇ ਨਵਾਬ ਅਤੇ ਮੁਗਲ ਨਵਾਬ ਸ਼ਾਹ ਆਲਮ ਨੂੰ ਹਰਾ ਦਿੱਤਾ। ਇਸੇ ਤਰ੍ਹਾਂ ਪਾੜੋ ਅਤੇ ਰਾਜ ਕਰੋ ਦੀ ਕੂਟਨੀਤੀ ਨਾਲ ਕਈ ਰਾਜਿਆਂ ਨੂੰ ਲੜਾ ਕੇ 18ਵੀਂ ਸਦੀ ਦੇ ਅੰਤ ਤੱਕ ਭਾਰਤ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ ਕਈ ਤਰ੍ਹਾਂ ਦੇ ਲਗਾਨ ਅਤੇ ਟੈਕਸ ਲਗਾ ਕੇ ਭਾਰਤ ਨੂੰ ਲੁੱਟਿਆ ਅਤੇ ਵੱਡੇ ਵੱਡੇ ਭਾਰਤੀ ਜਾਗੀਰਦਾਰਾਂ ਨੂੰ ਆਪਣੇ ਨਾਲ ਰਲਾ ਲਿਆ। ਭਾਰਤ 'ਤੇ ਜਿੱਤ ਪ੍ਰਾਪਤ ਕਰਨ ਦੇ ਨਾਲ ਹੀ ਭਾਰਤ ਦੇ ਆਖਰੀ ਮੁਗਲ ਰਾਜਾ ਨੂੰ ਵੀ ਅੰਗਰੇਜ਼ਾਂ ਨੇ ਕੈਦ ਕਰ ਲਿਆ ਅਤੇ ਰੰਗੂਨ ਦੀ ਜੇਲ੍ਹ ਵਿੱਚ ਭੇਜ ਦਿੱਤਾ ਅਤੇ ਉਸ ਦੇ ਪੁੱਤਰ ਅਤੇ ਬਾਕੀ ਖਾਨਦਾਨ ਨੂੰ ਵੀ ਜਾਨੋਂ ਮਾਰ ਦਿੱਤਾ ਅਤੇ ਪੂਰੇ ਭਾਰਤ ਨੂੰ ਆਪਣਾ ਗੁਲਾਮ ਬਣਾ ਲਿਆ।